नहीं जिवें मैं तुहानूं कह देवां जी असीं खिलाफ तां की फैसला देना। जिहड़ा बंदा संघर्ष लई घरों निकलिआ तां मैनूं लगदा भी वो साडा साथी है। ਤੁਹਾਡੇ ਨਾਲ ਹੋਣਗੇ जी बिल्कुल महाराज मेहर करनगे। असीं कोशिश भी करांगे आपदे वल्लों कि असीं एक मंच तो लड़ाई लड़ीए। चंडीगढ़ों जाओ सनाम तक, सनाम तो जाओ अंबरसर, अंबरसर तो जाओ फरीदकोट पठानकोट, कल्ला कल्ला नौजवान तुहानूं मंच ते मिलूगा, सड़कां ते मिलूगा। सो जस बाजवा ने बाजवा किवें देखते हो जी अगली रणनीति की अपना रहे हो? किसान ते कलाकार इकट्ठे ने, ਅੱਗੇ ਕਿਹੜੇ ਮੋਰਚੇ ਲਾਏ ਜਾਣ, ਕਿਸ ਤਰ੍ਹਾਂ ਸੰਘਰਸ਼ ਤਿੱਖਾ ਕੀਤਾ ਜਾ ਰਿਹਾ? ਜਿਹੜੇ ਮੋਰਚੇ ਨੇ ਉਹ ਜਿਵੇਂ ਤੁਸੀਂ ਪ੍ਰੈਸ ਕਾਨਫਰੰਸ ਸਾਡੀ ਹੋਈ ਹੈ ਜੀ, ਉਹ ਕੰਟੀਨਿਊਲੀ ਚੱਲ ਰਹੇ ਨੇ। 5 ਕਾਲਾਂ ਨੇ ਸਾਨੂੰ ਟੋਲ ਪਲਾਜ਼ਾ, ਰੇਲਵੇ ਦਾ ਘਰਾ, ਬੀਜੇਪੀ ਦੇ ਲੀਡਰ ਨੇ ਉਹਨਾਂ ਦਾ ਘਰਾ, ਪੈਟਰੋਲ ਪੰਪ ਬੰਦ ਤੇ ਮਾਲ ਜਿੰਨੇ ਵੀ ਰਿਲਾਇੰਸ ਦੇ ਮਾਲ ਨੇ ਉਹ ਬੰਦ। 15 ਤਰੀਕ ਤੱਕ ਇਹ ਸੰਘਰਸ਼ ਹੈ ਜਿਹੜਾ ਕੰਟੀਨਿਊ ਉੱਥੇ ਰਹੂਗਾ। ਜਿਵੇਂ ਜਥੇਬੰਦੀਆਂ ਨੇ ਕਿਹਾ ਕਿ ਸਾਡੇ ਕਲਾਕਾਰਾਂ ਭਰਾਵਾਂ 'ਚ ਅਸੀਂ ਕੋਆਰਡੀਨੇਟ ਕਰ ਲਾਂਗੇ ਕਿ 2 ਉੱਧਰ 2 ਇੱਦਾਂ ਹੀ ਹੋ ਰਿਹਾ। ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਪੰਜਾਬ ਦੇ ਕੋਨਿਆਂ 'ਚ ਕਲਾਕਾਰ ਭਰਾ ਆਪਦੀ ਤਨਦੇਹੀ ਨਾਲ ਸਾਡੀ ਇੰਡਸਟਰੀ ਡਿਊਟੀ ਨਿਭਾ ਰਹੀ ਆ। ਇਸ ਸੰਘਰਸ਼ ਨੂੰ ਤਿੱਖਾ ਕਰਨ ਲਈ ਅਸੀਂ ਆਪਦੇ ਸੁਝਾਅ ਵੀ, ਇਹ ਸਾਡੇ ਬਜ਼ੁਰਗ ਨੇ ਲੰਬੀ ਲੜਾਈ ਲੜਦੇ ਆਉਂਦੇ ਆ, ਇਹਨਾਂ ਨੂੰ ਦਿੰਦੇ ਆ। ਤੇ ਸਾਡੀ ਜਿਹੜੀ ਸਾਡੇ ਨਾਲ ਹੁਣ ਖੁਸ਼ੀ ਦੀ ਗੱਲ ਇਹ ਆ ਕਿ ਜਥੇਬੰਦੀਆਂ ਨੌਜਵਾਨੀ ਪੱਧਰ ਤੇ ਜੁੜਨ ਲੱਗੀਆਂ। ਜਿਵੇਂ ਅੱਜ ਯੂਨੀਵਰਸਿਟੀ ਦੀ ਪ੍ਰਧਾਨ ਕਨੂਪ੍ਰਿਆ ਆਈ ਆ, ਸਾਨੂੰ ਹੋਰ ਵੀ ਕਾਲਾਂ ਨੇ ਜਿਹੜੀਆਂ ਆਪਦੇ ਤੌਰ ਤੇ, ਜਿਵੇਂ ਪਟਿਆਲਾ ਯੂਨੀਵਰਸਿਟੀ ਤੋਂ ਹੋ ਗਿਆ, ਕੋਈ ਬਠਿੰਡੇ ਤੋਂ ਨੌਜਵਾਨਾਂ ਨੇ ਸੰਗਠਨ ਬਣਾਏ ਹੋਏ ਨੇ ਸਮਾਜ ਸੇਵੀ। ਅਗਲੇ ਜਿਹੜੀ ਮੀਟਿੰਗ ਹੋਣੀ ਆ ਉਹਦੇ 'ਚ ਅਸੀਂ 7 ਮੈਂਬਰੀ ਕਮੇਟੀ ਬਣਾਵਾਂਗੇ, ਜਿਸ 'ਚ ਇਕੱਲੇ ਕਲਾਕਾਰ ਨਹੀਂ ਹੋਣਗੇ, ਜਿਸ 'ਚ ਜਿਵੇਂ ਯੂਨੀਵਰਸਿਟੀ ਦੇ ਪ੍ਰਧਾਨ ਹੋ ਗਏ ਜਾਂ ਸਮਾਜ ਸੇਵੀ ਹੋ ਗਏ, 7 ਬੰਦੇ ਅਸੀਂ ਉਹ ਵੀ ਲੈ ਕੇ ਆਵਾਂਗੇ। ਤੇ ਉਦੋਂ ਬਾਅਦ 'ਚ ਜਿਹੜੇ ਸਾਡੇ ਅਗਲੇ ਡਿਸੀਜਨ ਹੋਣਗੇ ਆਪਦੇ ਵੱਲੋਂ ਅਸੀਂ ਵੀ ਹੁਣ ਵੀ ਦਿੰਦੇ ਆ, ਤੇ ਉਹ ਫਿਰ ਪ੍ਰੋਪਰ ਇੱਕ ਕਮੇਟੀ ਬਣ ਜੂਗੀ ਜੀ। ਜੇਕਰ ਗੱਲ ਕਰ ਲਈ ਤੁਸੀਂ ਕਿ ਬੀਜੇਪੀ ਦੇ ਘਰ ਵੀ ਘੇਰਨੇ ਆ ਆਗੂਆਂ ਦੇ, ਚਾਹੇ ਕੋਈ ਵੀ ਸਿਆਸੀ ਪਾਰਟੀਆਂ ਦੇ ਜੋ ਘਰ ਘੇਰਨ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਤੁਹਾਡੇ ਤੇ ਕਲਾਕਾਰ ਦਾ ਕਿਰਦਾਰ ਹੈ ਤੇ ਦਬਾਅ ਵੱਡਾ ਬਣ ਜਾਂਦਾ ਆ। ਇਹ ਦਬਾਅ ਨੂੰ ਕਿਵੇਂ ਟੈਕਲ ਕੀਤਾ ਜਾਊਗਾ? ਕਿਉਂਕਿ ਕਿਤੇ ਨਾ ਕਿਤੇ ਜਿਹੜਾ ਕਿਰਦਾਰ ਪੈਦਾ ਕੀਤਾ ਗਿਆ ਉਹ ਤੇ ਸਵਾਲ ਵੀ ਖੜੇ ਹੋ ਜਾਂਦੇ। ਦੇਖੋ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੀ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਤਾਂ ਹੈ ਨਹੀਂ ਵੀ ਅਸੀਂ ਕਿਸੇ ਦਾ ਘਰ ਘੇਰ ਲਈਏ ਜਾ ਕੇ। ਸੱਤਾ 'ਚ ਬੀਜੇਪੀ ਹੈ, ਉੱਤੇ ਸਰਕਾਰ ਉਹਨਾਂ ਦੀ ਹੈ। ਸਾਡੀ ਤਾਂ ਸਿੱਧੇ ਤੌਰ ਤੇ ਮੰਗ ਹੈ ਕਿ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਨੂੰ ਉੱਤੇ ਜਾ ਕੇ ਆਪਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਕੋਲ ਮੰਗ ਰੱਖਣੀ ਚਾਹੀਦੀ ਹੈ ਕਿ ਪੰਜਾਬ ਇੱਕ ਐਸਾ ਸੂਬਾ ਜਿਹੜਾ ਖੇਤੀਬਾੜੀ 'ਤੇ ਨਿਰਭਰ ਹੈ। ਇੱਥੇ ਜੇ ਤੁਸੀਂ ਬਿੱਲ ਪਾਸ ਕਰਨੇ ਵੀ ਸੀ ਤਾਂ ਇੱਥੋਂ ਸਾਡੇ ਰਿਸਰਚਰ ਜ਼ਰੂਰ ਬੁਲਾਉਂਦੇ, ਸਾਡੇ ਬੁੱਧੀਜੀਵੀ ਬੁਲਾਉਂਦੇ, ਉਹ ਤੁਹਾਨੂੰ ਦੱਸਦੇ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਕਹੀ ਜਿਹੀ ਖੇਤੀ ਦੀ ਲੋੜ ਹੈ। ਸੋ ਸਾਡੇ ਤੇ ਨਾ ਤਾਂ ਸਾਡੇ ਤੋਂ ਪੁੱਛਿਆ ਗਿਆ, ਨਾ ਸਾਨੂੰ ਦੱਸਿਆ ਗਿਆ, ਤਾਂ ਥੋਪ ਦਿੱਤਾ ਗਿਆ। ਤਾਂ ਕਰਕੇ ਸਾਡੀ ਜਿਹੜੀ ਜਥੇਬੰਦੀਆਂ ਨੇ ਇੱਕ ਕਾਲ ਦਿੱਤੀ ਹੈ ਜਿਹਦੇ 'ਚ 5 ਪੁਆਇੰਟ ਨੇ, ਜਿਵੇਂ ਮੈਂ ਪਹਿਲਾਂ ਦੱਸਤਾ। ਉਹਦੇ 'ਚ ਇੱਕ ਉਹ ਵੀ ਹੈ, ਸਾਡਾ ਕਿਸੇ ਨਾਲ ਪਰਸਨਲ ਕੋਈ ਪ੍ਰੋਬਲਮ ਨਹੀਂ, ਬੀਜੇਪੀ ਦਾ ਚਾਹੇ ਕੋਈ ਵੀ ਲੀਡਰ ਆ, ਸਾਡੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ। ਇਹ ਬਿੱਲਾਂ ਦੇ ਵਿਰੋਧ 'ਚ ਜਿਹੜਾ ਅਸੀਂ ਪ੍ਰੋਗਰਾਮ ਲਿਖਿਆ ਇਹ ਉਹਦੇ ਅਕੋਰਡਿੰਗ ਉਹਨਾਂ ਦੇ ਘਰ ਘੇਰੇ ਜਾ ਰਹੇ ਆ ਜੀ। ਜੇਕਰ ਗੱਲ ਕਰ ਲਈਏ ਇਸ ਵਕਤ 31 ਤੋਂ ਇੱਕ ਜਥੇਬੰਦੀ ਵੱਖਰੀ ਹੋ ਗਈ, 30 ਰਹਿ ਗਈਆਂ, ਉਹ ਸਸਪੈਂਡ ਕਰ ਦਿੱਤੀ ਗਈ ਆ। ਇਸੇ ਤਰ੍ਹਾਂ ਦੀਪ ਸਿੱਧੂ ਦੀ ਗੱਲ ਕਰ ਲਈਏ, ਉਹ ਸਿਰਫ ਮਤਭੇਦ ਰਹਿਣਗੇ, ਵਿਚਾਰਾਂ ਦੇ ਮਤਭੇਦ ਰਹਿਣਗੇ, ਜਾਂ ਅੱਗੇ ਜਾ ਕੇ ਜੋ ਫੈਸਲਾ ਕਿਸਾਨਾਂ ਵੱਲੋਂ, ਜਥੀਆਂ ਬੰਦੀਆਂ ਵੱਲੋਂ ਲਿਆ ਗਿਆ, ਇੱਕ ਕਲਾਕਾਰ ਭਾਈਚਾਰੇ ਵੱਲੋਂ ਜੇ ਕੋਈ ਫੈਸਲਾ ਦੀਪ ਸਿੱਧੂ ਦੇ ਖਿਲਾਫ ਆ ਸਕਦਾ? ਨਹੀਂ ਜਿਵੇਂ ਮੈਂ ਤੁਹਾਨੂੰ ਕਹਿ ਦੇਵਾਂ ਜੀ ਅਸੀਂ ਖਿਲਾਫ ਤਾਂ ਕੀ ਫੈਸਲਾ ਦੇਣਾ। ਜਿਹੜਾ ਬੰਦਾ ਸੰਘਰਸ਼ ਲਈ ਘਰੋਂ ਨਿਕਲਿਆ ਤਾਂ ਮੈਨੂੰ ਲੱਗਦਾ ਵੀ ਉਹ ਸਾਡਾ ਸਾਥੀ ਹੈ। ਠੀਕ ਆ, ਮਾੜੇ ਮੋਟੇ ਵਿਚਾਰਕ ਮਤਭੇਦ ਹੋ ਜਾਂਦੇ ਨੇ, ਪਰ ਇਹ ਕੋਈ ਵੱਡੀ ਗੱਲ ਨਹੀਂ। ਸਾਡਾ ਇੱਕ ਟਾਰਗੇਟ ਮਨਸ਼ਾ ਜਿਹੜਾ ਸਾਡਾ ਉਹ ਇੱਕ ਹੀ ਹੈ ਕਿ ਅਸੀਂ ਜਿੱਤ ਪ੍ਰਾਪਤ ਕਰਨੀ ਆ। ਆਉਣ ਵਾਲੇ ਦਿਨਾਂ 'ਚ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਸੀਂ ਉਹ ਗੱਲ ਕਲੀਅਰ ਕਰ ਲਈਏ ਤੇ ਇੱਕ ਮੰਚ ਤੇ ਇਕੱਠੇ ਹੋਈਏ ਸਾਰੇ। ਤੁਹਾਡੇ ਨਾਲ ਹੋਣਗੇ ਜੀ ਬਿਲਕੁਲ, ਮਹਾਰਾਜ ਮਿਹਰ ਕਰਨਗੇ। ਅਸੀਂ ਕੋਸ਼ਿਸ਼ ਵੀ ਕਰਾਂਗੇ ਆਪਦੇ ਵੱਲੋਂ ਕਿ ਅਸੀਂ ਇੱਕ ਮੰਚ ਤੋਂ ਲੜਾਈ ਲੜੀਏ। ਇਹ ਵੀ ਗੱਲ ਸਿੱਧੂ ਨਹੀਂ, ਇਕੱਲੇ ਸਾਡੇ ਜਿੰਨੇ ਵੀ ਭਰਾ ਨੇ, ਜਿੰਨੀਆਂ ਵੀ ਜਥੇਬੰਦੀਆਂ ਵੱਖ-ਵੱਖ ਤੌਰ ਤੇ ਧਰਨੇ ਲਾ ਰਹੀਆਂ ਨੇ, ਅਸੀਂ ਇੱਕ ਮੰਚ ਤੇ ਲੈ ਕੇ ਆਵਾਂਗੇ। ਕਿਉਂਕਿ ਵਾਰ-ਵਾਰ ਮੈਂ ਪਹਿਲੇ ਦਿਨ ਤੋਂ ਕਹਿਣਾ ਕਿ ਏਕਾ ਹੀ ਇਸ ਮੋਰਚੇ ਨੂੰ ਜਿੱਤ ਦਿਵਾਊਗਾ ਜੀ। ਤੁਸੀਂ ਜਿੱਤ ਦੀ ਗੱਲ ਕਰਦੇ ਹੋ, ਪਰ ਕਿਤੇ ਨਾ ਕਿਤੇ ਬੀ ਪਲਾਨ ਦੀ ਵੀ ਗੱਲ ਹੋ ਜਾਂਦੀ ਹੈ। ਦੀਪ ਸਿੱਧੂ ਵੀ ਇਹ ਕਹਿੰਦੇ ਨਜ਼ਰ ਆਏ ਸੀ ਕਿ ਸਾਨੂੰ ਬੀ ਪਲਾਨ ਵੀ ਰੱਖਣਾ ਚਾਹੀਦਾ, ਯਾਨੀ ਕਿ ਅਸੀਂ ਰੇਲਾਂ ਰੋਕ ਲਈਆਂ, ਸੜਕਾਂ ਰੋਕ ਲਈਆਂ, ਥੋੜੇ ਤਰੀਕੇ ਪੁਰਾਣੇ ਹੋ ਗਏ। ਉਹਨਾਂ ਦਾ ਇਹ ਵੀ ਕਿਤੇ ਨਾ ਕਿਤੇ ਗੱਲ ਸਾਹਮਣੇ ਆ ਰਹੀ ਹੈ ਕਿ ਸਾਨੂੰ ਆਪਦੇ ਸਿਆਸੀ ਆਗੂ ਪੈਦਾ ਕਰਨੇ ਪੈਣਗੇ ਜੋ 2022 ਦੇ ਵਿੱਚ ਸਾਡੇ ਵੱਲੋਂ ਲੜਨਗੇ, ਜਾਂ ਕਿਸਾਨਾਂ ਦੇ ਲੜਨਗੇ, ਜਾਂ ਪੰਜਾਬ ਦੇ ਲੜਨਗੇ। ਅਜਿਹੀ ਕੋਈ ਵਿਚਾਰਧਾਰਾ ਜਾਂ ਅਜਿਹੀ ਕੋਈ ਵਿਉਂਤਬੰਦੀ ਹੈ? ਜਿਵੇਂ ਜੀ ਹੁਣ ਦੇਖੋ, ਉਹ ਜਿਹੜਾ ਜਥੇਬੰਦੀ ਨੇ ਜਿਹਨੇ ਰਿਟ ਪਾਈ ਹੈ, ਉਹ ਇਹਨਾਂ ਨੇ ਆਪਸੀ ਡਿਸੀਜਨ ਲਿਆ। ਕੱਲ ਉਹਨਾਂ ਨੇ ਪਾਈ, ਅੱਜ ਡਿਸੀਜਨ ਲੈ ਲਿਆ। ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੋਈ ਇਹ ਆ ਵੀ ਲੰਬੀ ਸੋਚ ਅੱਗੇ ਜਾਊਗੀ ਜਾਂ ਅਸੀਂ ਕੋਈ ਹੋਰ ਪਲਾਨ ਕਰਾਂਗੇ। ਬਾਕੀ ਦੂਜੀ ਗੱਲ ਰਹਿ ਗਈ 2022 ਦੀ, ਤਾਂ ਮੈਂ ਵਾਰ-ਵਾਰ ਇਹੀ ਗੱਲ ਕਹਿੰਦਾ ਵੀ 2022 ਹਲੇ ਉਹ ਦੂਰ ਹੈ, ਉਹਦੇ 'ਚ 1.5-2 ਸਾਲ ਪਏ ਨੇ। ਜੇ ਅੱਜ ਆਪਾਂ 2 ਮਹੀਨੇ ਗੱਡ ਕੇ ਇੱਕ ਹੋ ਕੇ ਇਸ ਸੰਘਰਸ਼ ਨੂੰ ਦੇ ਲਈਏ ਤਾਂ ਮੈਂ ਵਾਰ-ਵਾਰ ਇੱਕ ਗੱਲ ਕਹਿੰਦਾ ਵੀ ਜਿੱਤ ਸਾਡਿਆਂ ਕਦਮਾਂ 'ਚ ਪਈ ਹੋਊਗੀ। ਅਸੀਂ ਆਪਦੀ ਲੜਾਈ ਜਿੱਤਾਂਗੇ। ਬਾਕੀ ਵੀ ਮੁੱਦੇ ਨੇ, ਮੈਂ ਜਿਵੇਂ ਇੱਥੇ ਵੀ ਕਿਹਾ ਵੀ ਪੰਜਾਬ ਦੇ ਬੜੇ ਮੁੱਦੇ ਇਹ ਜਿਹੇ ਨੇ ਜਿਹੜੇ ਨਿਕਲ ਕੇ ਸਾਡੇ ਸਾਹਮਣੇ ਆ, ਜਿਹੜੇ ਮੈਨੂੰ ਵੀ ਨਹੀਂ ਪਤਾ ਸੀ ਵੀ ਇਹ ਵੀ ਮੁੱਦੇ ਨੇ।
ਖੁਸ਼ੀ ਵੀ ਹੋਈ ਆ ਵੀ ਨੌਜਵਾਨੀ ਅੱਗੇ ਵਧੀ ਹੈ, ਆਵਾਜ਼ ਵੀ ਚੱਕ ਰਹੀ ਆ, ਨੌਜਵਾਨਾਂ ਨੂੰ ਪਤਾ ਵੀ ਲੱਗਿਆ ਵੀ ਇਹ ਪ੍ਰੋਬਲਮ ਹੈ ਪੰਜਾਬ ਦੀ। ਪਰ ਅੱਜ ਘਰੋਂ ਨਿਕਲੇ ਕਿਹੜੀ ਗੱਲ ਕਰਕੇ ਆ? ਅੱਜ ਘਰੋਂ ਨਿਕਲੇ ਆ ਕਿਸਾਨੀ ਲਈ। ਸੋ ਪਹਿਲਾ ਮੁੱਦਾ ਕਿਸਾਨੀ ਦਾ, ਉਹ ਹੱਲ ਕਰਾ ਲਈਏ। ਜਿਹੜਾ ਵੀ ਪੰਜਾਬ ਲਈ ਆਵਾਜ਼ ਚੱਕੂਗਾ ਉਹਦੇ ਮੋਢੇ ਨਾਲ ਮੋਢਾ ਲਾ ਕੇ ਅੱਜ ਵੀ ਖੜੇ ਆ ਤੇ ਕੱਲ ਨੂੰ ਵੀ ਖੜਾਂਗੇ ਜੀ। ਆਖਰੀ ਸਵਾਲ ਹੈ, ਵਿਦੇਸ਼ਾਂ ਵਿੱਚ ਬੈਠੇ ਕੁਝ ਲੋਕ ਨੌਜਵਾਨਾਂ ਨੂੰ ਦਿਸ਼ਾਹੀਨ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਨੌਜਵਾਨਾਂ ਨੂੰ ਇਕਜੁੱਟ ਕਿਵੇਂ ਰੱਖ ਰਹੇ ਹੋ, ਕਿਵੇਂ ਦਿਸ਼ਾ ਜਿਹੜੀ ਕਿ ਇੱਕੋ ਦਿਖਾ ਰਹੇ ਹੋ? ਨਹੀਂ, ਬਿਲਕੁਲ ਮੈਂ ਤਾਂ ਹਰ ਇੱਕ ਮੰਚ ਤੋਂ ਇਹੀ ਬੇਨਤੀ ਕਰਦਾ ਕਿ ਅੱਜ ਤੁਹਾਨੂੰ ਲੋਕ, ਕਿਉਂਕਿ ਇਸ ਮੰਚ ਨੂੰ, ਇਸ ਮੋਰਚੇ ਨੇ, ਗੱਲਾਂ ਵੀ ਉੱਥੇ ਹੀ ਹੁੰਦੀਆਂ ਨੇ ਨਾ ਜਿੱਥੇ ਜਿਹ 'ਚ ਉਹ ਕਹਿੰਦੇ ਆ ਵੀ ਗੱਲਬਾਤ ਹੋਵੇ। ਇਹ ਮੋਰਚੇ ਦੀ ਅੱਜ ਐਡੀ ਹਾਈਪ ਕ੍ਰੀਏਟ ਹੋਈ ਆ, ਨੌਜਵਾਨੀ ਪ੍ਰੋਪਰ ਤੌਰ ਤੇ ਜਾਗ ਚੁੱਕੀ ਆ ਸਾਡਾ ਹਰ ਇੱਕ ਥਾਂ ਤੇ। ਅੱਜ ਤੁਸੀਂ ਚੰਡੀਗੜ੍ਹੋਂ ਜਾਓ ਸੁਨਾਮ ਤੱਕ, ਸੁਨਾਮ ਤੋਂ ਜਾਓ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਜਾਓ ਫਰੀਦਕੋਟ, ਪਠਾਨਕੋਟ, ਕੱਲਾ ਕੱਲਾ ਨੌਜਵਾਨ ਤੁਹਾਨੂੰ ਮੰਚ ਤੇ ਮਿਲੂਗਾ, ਸੜਕਾਂ ਤੇ ਮਿਲੂਗਾ। ਸੋ ਬੰਦੇ ਇਹਨਾਂ ਦੇ ਵਿੱਚ ਹੀ ਵਾੜਦੇ ਨੇ ਵੀ ਸੰਘਰਸ਼ ਕਿਵੇਂ ਨਾ ਕਿਵੇਂ ਕਰਕੇ ਆਡੋ ਪਾਟੀ ਹੋ ਜਾਵੇ। ਆਪਾਂ ਉਹ ਬੰਦੇ ਵੀ ਪਛਾਣਦੇ ਨੇ ਤੇ ਆਪਾਂ ਇੱਕ ਜੁੱਟਤਾ ਵੀ ਰੱਖਣੀ ਆ। ਕਿਉਂਕਿ ਪਹਿਲੀ ਲੜਾਈ ਆ ਜਿਹੜੀ ਸਾਡੀ ਉਹ ਇਹਨਾਂ ਬਿੱਲਾਂ ਦੇ ਖਿਲਾਫ ਹੈ, ਉਹ ਜਿੱਤ ਲਈਏ। ਉਦੋਂ ਬਾਅਦ 'ਚ ਅਗਲੇ ਮੁੱਦੇ ਨੇ ਜਿਹੜੇ ਉਹ ਆਪਾਂ ਇਕੱਠੇ ਹੋ ਕੇ ਰਲ ਕੇ, ਜਿਵੇਂ ਵੀ ਸਾਡੇ ਸਿਆਣੇ ਜਾਂ ਜਿਹੜੇ ਵੀ ਬੁੱਧੀਜੀਵੀ ਪੰਜਾਬ ਲਈ ਹਾਂ ਦਾ ਨਾਰਾ ਮਾਰਨਗੇ, ਉਹਨਾਂ ਦਾ ਸਾਥ ਦੇਵਾਂਗੇ ਤੇ ਦੇਣਾ ਬਣਦਾ ਵੀ ਆ। ਸਰ ਜਸ ਬਾਜਵਾ ਜਿਨ੍ਹਾਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਨਾਲ ਜੋ ਮਤਭੇਦ ਖੜੇ ਹੋਏ ਨੇ ਉਹ ਸੁਲਝਾਏ ਜਾ ਸਕਦੇ ਨੇ ਤੇ ਆਉਣ ਵਾਲੇ ਸਮੇਂ ਦੀਪ ਸਿੱਧੂ ਇਹਨਾਂ ਦੇ ਨਾਲ ਹੋਣਗੇ। ਦੇਖਣਾ ਹੈਗਾ ਅਗਲੀ ਰੂਪਰੇਖਾ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਂਦਾ ਹੈ। ਮੈਂ ਸੁਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।